ਗੱਲ ਕਰਦੇ ਜਾਈਏ ਭਗਵੰਤ ਮਾਨ ਹੁਣਾਂ ਦੀ ਸਰਕਾਰ ਦਾ ਵੀ ਇੱਕ ਹੋਰ ਐਲਾਨ 25,000 ਕੱਚੇ ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਪੱਕਾ। 25,000 के 35 35,000 35,000 जी 35,000 जी हाँ जी हाँ जी। जी मैं तो आप थोड़ा जा कंफ्यूज हो गया। मैं क्या ये तो 10,000 इन्होंने शाम तक ही घटा दिता कि सवेर चढ़दे कह दें कि 5,000 ही करांगे असीं। 25,000 वाला देखो पिछले दिनों च कोई आया सी ना आंकड़ा जी भुलेखा नहीं वो 36,000 वाला सी जी चरणजीत चन्नी चेते आउंदे होवांगे जरूर चेते आउण वाले आ चेते चन्नी जी दे आउंदे ने ना वो अजकल तो भगवंत मान नूं शराबी शराबी कहते लिया मैं तेरे केस बन दियां वे मेरे नित दे शराबीआ यारा ते आप हौले जे जाके उन्हें बुके फड़ा रहे ने बधाई होवे मान साहब। सो इस तरह भी चल जांदा राजनीति च हुण बोलदे ही नहीं है खामोश ही हो गए ने। खैर जिस मामले दे विच आपां देखीए तां चरणजीत सिंह चन्नी होरां ने एक फैसला कीता सी तुहानूं याद होना कि 36,000 कच्चे मुलाजम असीं पक्के कर दित्ते आ। होर्डिंग भी लग गए टेलीविजन ते एडवरटाइजमेंट आ गया फिर अखबारां च इश्तिहार लग गए इश्तिहार ते चरणजीत सिंह चन्नी ने इन्ने छपाए ना इन्ने छपाए मेरे ख्याल दे नाल उन्ने पैसे दे विच सचमुच कोई 600-700 मुलाजम पक्का कीता जा सकदा सी। ਉਹਨਾਂ ਨੂੰ ਕੋਈ ਸਾਲ ਭਰ ਤਨਖਾਹ ਦਿੱਤੀ ਜਾ ਸਕਦੀ ਸੀਗੀ। ਖੈਰ ਜਿੱਧਰ ਗਏ ਬਾਣੀਏ ਤੇ ਉਧਰ ਗਏ ਬਾਜ਼ਾਰ ਜਿੱਧਰ ਗਈਆਂ ਬੇੜੀਆਂ ਤੇ ਉਧਰ ਗਏ ਮਲਾ ਸਾਰਾ ਕੁਛ ਨਾਲ ਹੀ ਚਲੇ ਗਿਆ। ਹੁਣ ਜੇ ਇਸ ਮਾਮਲੇ 'ਚ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਇੱਕ ਬਿਹਤਰੀਨ ਫੈਸਲਾ ਹੈ ਬਿਹਤਰੀਨ ਫੈਸਲਾ ਹੈ ਬਹੁਤ ਵੱਡਾ ਇੱਕ ਵਰਕ ਹੋ ਜਾਂਦਾ 35,000 ਦਾ ਤੇ ਇਹਨਾਂ ਨੇ ਪੱਕਿਆਂ ਕਰਨ ਦਾ ਫੈਸਲਾ ਲਿਆ ਨਾਲ ਭਰੋਸਾ ਦਿੱਤਾ ਕਿ ਦੇਖੋ ਅਗਲੇ ਸੈਸ਼ਨ ਦੇ ਵਿੱਚ ਅਸੀਂ ਇਹਨੂੰ ਅਮਲ 'ਚ ਲੈ ਆਵਾਂਗੇ। ਇੱਕ ਹੋਰ ਵੀ ਗੱਲ ਚੱਲੀ ਉੱਥੇ ਮੈਂ ਉਹਦਾ ਜ਼ਿਕਰ ਕਰਨਾ ਭੁੱਲ ਗਿਆ ਸੀਗਾ ਚਲੋ ਐਲਾਨ ਹੀ ਆ ਸਰਕਾਰ ਦੇ ਇਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਭਗਤ ਸਿੰਘ ਜੀ ਦਾ ਤੇ ਅੰਬੇਦਕਰ ਜੀ ਦਾ ਬੁੱਤ ਲਗਾਵਾਂਗੇ ਤੇ ਉੱਥੇ ਫਿਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਕਿਉਂ ਨਹੀਂ ਤੇ ਉਹਨਾਂ ਨੇ ਕਿਹਾ ਕਿ ਇਹਦੇ ਤੇ ਵੀ ਵਿਚਾਰ ਕਰਾਂਗੇ। ਫਿਰ ਇਆਲੀ ਸਾਹਿਬ ਕਹਿੰਦੇ ਕਿ ਸਰਾਭਾ ਜੀ ਦਾ ਕਿਉਂ ਨਹੀਂ ਤਾਂ ਉਹਨਾਂ ਨੇ ਕਿਹਾ ਕਿ ਇਹ ਵੀ ਠੀਕ ਹੈ। ਸੋ ਦੇਖਦੇ ਆ ਹੁਣ ਬੁੱਤ ਕਿਤੇ ਕਿਤੇ ਲੱਗਦੇ ਆ ਤਾਂ ਇੱਧਰ ਮੁਲਾਜ਼ਮਾਂ ਦੀ ਜਿਹੜੀ ਚਿਰਕੋਨੀ ਮੰਗ ਸੀਗੀ ਉਹ ਵੀ ਪੂਰੀ ਹੁੰਦੀ ਨਜ਼ਰ ਆਈ ਹੈ। ਇਹਨਾਂ ਨੇ ਐਲਾਨ ਕਰ ਦਿੱਤਾ ਕਿ 35,000 ਕੱਚੇ ਮੁਲਾਜ਼ਮ ਜਿਹੜੇ ਆ ਉਹ ਅਸੀਂ ਪੱਕੇ ਕਰਾਂਗੇ। ਹਾਲਾਂਕਿ ਦੇਖੋ ਗੱਲ ਇਹ ਆ ਕਿ ਮੁੱਖ ਮੰਤਰੀ ਬੜੇ ਜਜ਼ਬਾਤੀ ਟਾਈਪ ਦੇ ਬੰਦੇ ਆ ਵੈਸੇ ਤਾਂ ਕਮੇਡੀਅਨ ਆ ਉਹ ਕਹਿੰਦੇ ਆ ਕਿ ਅਸੀਂ ਪਹਿਲਾਂ ਹੀ 70 ਸਾਲ ਲੇਟ ਹੋ ਚੁੱਕੇ ਸਾਡੇ ਵੱਲੋਂ ਲਏ ਜਾ ਰਹੇ ਫੈਸਲਿਆਂ ਨੂੰ ਲੋਕ ਪ੍ਰਵਾਨ ਵੀ ਕਰ ਰਹੇ ਆ। ਉਹ ਕਹਿੰਦੇ ਆ ਕਿ ਜਦੋਂ ਮਤਲਬ ਕਿ ਅਸੀਂ ਪੰਜਾਬ ਵਿੱਚ ਨਿਕਲਦੇ ਸੀ ਤਾਂ ਸਾਡੀਆਂ ਗੱਡੀਆਂ ਸਾਹਮਣੇ ਆ ਕੇ ਮੁਲਾਜ਼ਮ ਪੱਕੇ ਹੋਣ ਦੀ ਦੁਹਾਈ ਪਾਉਂਦੇ ਸਨ ਕਈ ਵਾਰ ਤਾਂ ਆਪਣੇ ਦੁੱਖ ਸੁਣਾਉਂਦੇ ਰੋ ਵੀ ਪੈਂਦੇ ਸਨ ਤੇ ਅਸੀਂ ਵਾਅਦਾ ਕੀਤਾ ਸੀਗਾ ਕਿ ਸਾਡੀ ਸਰਕਾਰ ਆਉਣ ਤੇ ਮੁਲਾਜ਼ਮ ਪੱਕੇ ਕਰ ਦਿਆਂਗੇ ਤੇ ਨਾਲ ਉਹਨਾਂ ਨੇ ਚੀਫ ਸੈਕਟਰੀ ਨੂੰ ਹੁਕਮ ਦਿੱਤੇ ਆ ਕਿ ਅਗਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਇਸ ਕਾਨੂੰਨ ਦਾ ਜਿਹੜਾ ਮਸੌਦਾ ਬਣਾ ਕੇ ਭੇਜਿਆ ਜਾਵੇ ਤਾਂ ਜੋ ਆਉਣ ਵਾਲੇ ਵਿਧਾਨ ਸਭਾ ਇਜਲਾਸ ਵਿੱਚ ਸਭ ਨੂੰ ਮਨਜ਼ੂਰ ਕਰਕੇ ਲਾਗੂ ਕੀਤਾ ਜਾ ਸਕੇ। ਸੋ ਨਾਲ ਇੱਕ ਵੱਡੀ ਗੱਲ ਕਹੀ ਹੈ ਭਗਵੰਤ ਮਾਨ ਹੋਰਾਂ ਨੇ ਉਹਨਾਂ ਕਿਹਾ ਕਿ ਹੁਣ ਠੇਕਾ ਪ੍ਰਣਾਲੀ ਦਾ ਖਹਿੜਾ ਛੱਡ ਦਿਓ ਮਤਲਬ ਕਿ ਜੋ ਠੇਕੇ ਤੇ ਮੁਲਾਜ਼ਮ ਰੱਖੇ ਜਾਂਦੇ ਆ ਜਿਹੜੇ ਮੁਲਾਜ਼ਮ ਫਿਰ ਸ਼ੋਸ਼ਣ ਵਾਸਤੇ ਵਰਤੇ ਜਾਂਦੇ ਆ ਕਿ ਇਹ ਪ੍ਰਕਿਰਿਆ ਹੀ ਬੰਦ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜੇ ਨਵੀਆਂ ਨੌਕਰੀਆਂ ਪੈਦਾ ਨਹੀਂ ਕੀਤੀਆਂ ਜਾ ਰਹੀਆਂ ਪਰ ਪਹਿਲਾਂ ਕੱਚੇ ਮੁਲਾਜ਼ਮਾਂ ਦਾ ਹੱਲ ਕਰਨਾ ਜ਼ਰੂਰੀ ਹੈ ਬਾਅਦ ਵਿੱਚ ਹੋਰ ਨੌਕਰੀਆਂ ਵੀ ਮਤਲਬ ਕਿ ਜਨਰੇਟ ਕਰਾਂਗੇ ਪਰ ਉਸ ਤੋਂ ਪਹਿਲਾਂ ਆ ਜਿਹੜੀ ਠੇਕੇ ਵਾਲੀ ਪ੍ਰਣਾਲੀ ਹੈ ਬੰਦ ਕਰ ਦੇਵਾਂਗੇ ਅਸੀਂ। ਸੋ ਗਰੁੱਪ ਸੀ ਤੇ ਗਰੁੱਪ ਡੀ ਦੇ 35,000 ਕੱਚੇ ਮੁਲਾਜ਼ਮਾਂ ਵਾਸਤੇ ਇਹ ਦਿਨ ਜਿਹੜਾ ਹੈ ਉਹ ਜਿਵੇਂ ਗਾਣਾ ਹੈ ਨਾ ਅੱਜ ਦਿਨ ਖੁਸ਼ੀਆਂ ਦਾ ਚੜਿਆ ਵੀ ਅੱਜ ਦਿਨ ਖੁਸ਼ੀਆਂ ਦਾ ਚੜਿਆ ਉਹਨਾਂ ਵਾਸਤੇ ਇੱਕ ਵਾਰੀ ਇਹ ਦਿਨ ਖੁਸ਼ੀਆਂ ਵਾਲਾ ਤਾਂ ਨਹੀਂ ਇੰਨਾ ਜ਼ਿਆਦਾ ਕਹਿ ਸਕਦੇ ਕਿਉਂਕਿ ਅੱਗੇ ਵੀ ਲਾਰੇ ਲੱਗੇ ਨੇ ਅੱਗੇ ਵੀ ਉਹਨਾਂ ਦੇ ਨਾਲ ਧੋਖੇ ਹੋਏ ਨੇ ਪਰੰਤੂ ਉਹਨਾਂ ਵਾਸਤੇ ਆਸ ਦਾ ਜਾਂ ਉਮੀਦ ਦਾ ਦਿਨ ਜ਼ਰੂਰ ਕਿਹਾ ਜਾ ਸਕਦਾ। ਹੋਰ ਵੀ ਕਈ ਸਮੱਸਿਆਵਾਂ ਨੇ ਹਾਲੇ ਬੜੇ ਬੇਰੁਜ਼ਗਾਰ ਜਿਹੜੇ ਕਤਾਰਾਂ 'ਚ ਲੱਗੇ ਹੋਏ ਆ ਹਾਲੇ ਬਹੁਤ ਸਾਰੀਆਂ ਲਟਕਵੀਆਂ ਭਰਤੀਆਂ ਨੇ ਜਿਹੜੀਆਂ ਲਟਕ ਰਹੀਆਂ ਬੜੇ ਹੱਲ ਕਰਨੇ ਪੈਣਗੇ। ਸੋ ਮਸਲੇ ਬਹੁਤ ਨੇ ਤੇ ਹੱਲ ਵੀ ਕਰਨ ਵਾਲੇ ਬਹੁਤ ਕਾਹਲੇ ਆ। ਸੋ ਦੇਖਦੇ ਆ ਅੱਗੇ ਕਿਵੇਂ ਚੱਲਦਾ ਕੰਮ ਪਰ ਕੱਚੇ ਮੁਲਾਜ਼ਮਾਂ ਵਾਸਤੇ ਇੱਕ ਬਹੁਤ ਵੱਡਾ ਤੋਹਫਾ ਹੈ ਜੇਕਰ ਉਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਏ।